मुर्दाबाद मुर्दाबाद साडी जेहड़ी इन्होंने बेपती की है दुकान के अंदर इन्होंने कैमरा मौजूद है रिकॉर्ड है सारे गाहकां नूं देनी असीं गाहक नहीं दसो असीं पैसे लैके तुरे फिरने कितने लेके जा रहे हैं माड़ी में हफ्ते 10 दिनों तक तकरीबन जी खाद की किल्लत है पूर्ण तौर पर खत्म हो जाएगी। ਗਰਾਊਂਡ ਰਿਪੋਰਟ ਚ ਟੀਵੀ ਨਿਊਜ਼ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਪਿਸ਼ੌਰਾ ਸਿੰਘ ਪੰਨੋ। ਜ਼ਿਲ੍ਹਾ ਤਰਨਤਾਰਨ ਦੇ ਪੂਰੇ ਸਰਹੱਦੀ ਇਲਾਕੇ ਖਾਸ ਕਰ ਭਿੱਖੀਵਿੰਡ ਅਤੇ ਖਾਲੜਾ ਵਿਖੇ ਯੂਰੀਆ ਖਾਦ ਦੀ ਕਿੱਲਤ ਅਜੇ ਵੀ ਬਣੀ ਹੋਈ ਏ। ਛੋਟੇ ਕਿਸਾਨਾਂ ਨੂੰ ਖਾਦ ਨਾ ਮਿਲਣ ਕਾਰਨ ਉਹਨਾਂ ਦੀ ਖਾਦ ਵਿਕਰੇਤਾਵਾਂ ਨਾਲ ਤਕਰਾਰਬਾਜ਼ੀ ਵੀ ਹੋ ਰਹੀ ਏ। मुर्दाबाद मुर्दाबाद ਕੀ ਗੱਲ ਹੋਈ ਹੈ ਜੀ ਅੱਜ बड़ा सामने होती सामने ਅਸੀਂ ਨੇ ਜੀ ਸਾਡੇ ਇੱਥੇ ਵੀਰ ਭਰਾ ਕਿਸਾਨ ਆ ਸਾਰੇ ਖਲੋਤੇ ਆਹ ਪਿੱਛੇ ਮਾੜਾ ਹੱਥ ਕਰੀ ਆਪਣੀ। ਸਾਡਾ ਫਰਜ਼ ਬਣਦਾ ਹਰ ਨੈਤਿਕਤਾ ਦੇ ਆਧਾਰ ਤੇ ਕਿਉਂਕਿ ਸਾਡੇ ਜਿਹੜੇ ਇਸ ਵਕਤ ਜ਼ਿਮੀਂਦਾਰਾਂ ਦੇ ਸੰਘਰਸ਼ ਲਈ ਦਿੱਲੀ ਜਾ ਕੇ ਸਾਡੇ ਭਰਾ ਬੈਠੇ ਆ। ਅਸੀਂ ਇਹਨਾਂ ਕੋਲ ਆ ਕੇ ਬੇਨਤੀ ਕੀਤੀ ਤਸੱਲੀ ਕੀਤੀ ਵੀ ਇਹਨਾਂ ਦਾ ਜਿਹੜਾ ਗਦਾਨ ਉੱਥੇ ਟਰੱਕ ਰਹਿ ਰਿਹਾ ਹੈ ਖਾਦ ਦਾ ਆਹ ਭਾਵੇਂ ਹੁਣ 5-5 7 ਦੋ ਚਾਰ ਤੋੜੇ ਮੰਗਦੇ ਆ। ਜਦੋਂ ਇਹਨਾਂ ਨੂੰ ਆਖਿਆ ਨੇ ਮੈਨੂੰ ਕਾਹਨੂੰ ਐਲੀਗੇਸ਼ਨ ਲਾਉਂਦੇ ਆ ਵੀ ਤੂੰ ਬਲੈਕ ਕਰਦਾ ਖਾਦ ਦੀ ਤੂੰ ਮਹਿੰਗੀ ਵੇਚਦਾ ਤੇ ਮੈਂ ਇਹਨਾਂ ਨੂੰ ਆਖਿਆ ਵੀ ਤੁਹਾਡੇ CCTV ਕੈਮਰੇ ਲੱਗੇ ਆ ਦਾ ਰਿਕਾਰਡ ਕੱਢੋ ਰਾਤ ਦਾ ਜਦੋਂ ਮੈਂ 200 ਤੋੜਾ ਲੈਣ ਆਇਆ ਤੇ ਸੜਕ ਦੇ ਵਿਚਾਰੇ ਪਰੇ ਦੇ ਵਿੱਚ ਖਿਲਾਰ ਕੇ 76 ਤੁਹਾਡਾ ਸਿਰ ਮੇਰਾ ਮੈਨੂੰ ਮਾਰੋ ਪਰ ਇਹ ਇੱਕ ਦੇ ਹੱਥ ਮਾਰ ਕੇ ਤੂੰ ਮੇਰੀ ਦੁਕਾਨ ਬੰਦ ਕਰਕੇ ਵਿਖਾ ਤੂੰ ਮੇਰੀ ਦੁਕਾਨ ਬੰਦ ਕਰਕੇ ਵਿਖਾ ਇਹਨਾਂ ਬਜ਼ੁਰਗਾਂ ਨੂੰ ਵੀ ਕਲੀਅਰ ਕੀਤਾ ਸਾਡੇ ਨੂੰ ਪੁੱਛ ਸਕਦੇ ਸਨ ਇਹ ਜਾਣਦੇ ਵੀ ਸਾਨੂੰ ਇਹਨਾਂ ਨੂੰ ਪੁੱਛੋ। हाँ जी प्रधान किसान ਜੀ ਆਪਣਾ ਇਸ਼ਪਾਲ ਸਿੰਘ ਕਿਹੜਾ ਪਿੰਡ ਧੁੰਨ ਪਿੰਡ ਬੋਲਿਆ ਗਾੜੀ ਆਓ ਕੀ ਗੱਲ ਕੀ ਹੋਈ ਜੀ? ਖਾਦ ਲੈਣ ਆਏ ਆ ਤੇ ਅੱਗੋਂ ਕੋਈ ਦੀ ਕੋਈ ਸੁਣਾਈ ਜਾਂਦੇ ਆ ਸਗੋਂ ਮੁੜ ਕੇ ਬਲੈਕ ਵੇਚਣੀ ਹੈ ਇਹਨਾਂ ਜਲੀਲ ਕੀਤਾ ਤੇ ਹੁਣ ਬਾਬੀ। ਜਲੀਲ ਕਰਨ ਡਏ ਆ ਕਦੀ ਸੋਮਵਾਰ ਆ ਜਾਓ ਕਦੀ ਬੁੱਧਵਾਰ ਆ ਜਾਓ ਖਾਦ ਦੋ ਟਰੱਕ ਉੱਧਰ ਲੈਣ ਡਏ ਆ ਇਹਨਾਂ ਦੇ ਗਦਾਮ 'ਚ ਵੀ ਹੈਗੀ ਹਾਂਜੀ ਗਦਾਮ 'ਚ ਪਈ ਆ ਤੁਹਾਨੂੰ ਚੈੱਕ ਕਰਾ ਦਿੰਦੇ ਉੱਥੇ ਪਈ ਆ ਖਾਦ ਵਾਧੂ ਤੁਸੀਂ ਅਸੀਂ ਗਾਹਕਾਂ ਨੂੰ ਦੇਣੀ ਅਸੀਂ ਗਾਹਕ ਨਹੀਂ ਦੱਸੋ ਅਸੀਂ ਪੈਸੇ ਲੈ ਕੇ ਤੁਰੇ ਫਿਰਦੇ ਅਸੀਂ ਗਾਹਕ ਨਹੀਂ ਗਏ ਬੋਲਿਆ ਦੱਸ ਬੋਲਿਆ ਕਿੰਨੀ 10 ਚਾਹੀਦੀ ਬੋਰੀਆਂ ਚਾਹੀਦੀ ਜਿਆਦੀ ਵੀ ਨਹੀਂ ਚਾਹੀਦੀ ਬੋਲਿਆ ਇਧਰ ਆ ਹੁਣ ਸਾਰੇ ਜਣੇ ਤੇ ਦਿੱਲੀ ਬੈਠੇ ਆ ਹਾਂ ਜਾ ਕੇ ਦਿੱਲੀ ਵਿੱਚ ਜਿਹੜੇ ਤਗੜੇ ਬੰਦੇ ਆ ਉਹ ਇੱਥੇ 100 ਬੋਰੀ ਵੀ ਲਈ ਜਾਂਦੇ ਫੋਨ ਤੇ ਲਈ ਜਾਂਦੇ ਫੋਨ ਜੀ। ਤੇ ਘਰੇ ਇਹਨਾਂ ਦੇ ਜਾਣ ਦੀ ਖਾਦ ਆ ਵੇਖੋ ਸਾਰੇ ਖੜਦੇ ਇਹ ਨੀ ਵਿਚਾਰੇ ਜਿਹੜੇ 2 4 ਬੋਰੀ ਦੇ ਜੋ ਜੇ ਧੱਕੇ ਖਾਂਦਾ ਇਹ ਨੀ ਉਹਨੂੰ ਕਿਸੇ ਨੂੰ ਕਹਿੰਦੇ ਨਹੀਂ ਮਿਲਦੀ ਬੋਰੀ ਖਾਦ ਕਿਸੇ ਦੀ ਕਿਸੇ ਨੂੰ ਪੁੱਛ ਲਓ ਜੇ ਮਿਲਦੀ ਆ ਤੇ ਭਿੱਖੀਵਿੰਡ ਦੇ ਵਿੱਚ ਬਾਕੀ ਦੁਕਾਨਾਂ ਤੇ ਸਹੀ ਵੰਡ ਹੋ ਰਹੀ ਕਿ ਇਸ ਕਈਆਂ ਥਾਵਾਂ ਤੇ ਹੋ ਰਹੀ ਹੈ ਕਈਆਂ ਦਾ ਉਹਦੇ ਸਹੀ ਵੰਡ ਹੁੰਦੀ ਹੈ 5-7 ਲੈਣ ਲੱਗ ਪਿਆਰ ਨਾਲ ਬੋਲਦੇ ਕਈਆਂ ਨੂੰ ਦੇ ਨਹੀਂ ਦੇ ਇਹ ਤੁਸੀਂ ਹੁਣ ਇੱਥੇ ਕੀ ਮੰਗ ਕਰਦੇ ਜੀ ਕੀ ਸਾਨੂੰ ਇਹ ਹੈ ਸਾਡੇ ਕਿਸਾਨ ਭਰਾ ਦਿੱਲੀ ਬੈਠੇ ਜਾ ਕੇ ਸਾਨੂੰ ਤੇ ਇੱਕ ਬੋਰੀ ਵੀ ਨਹੀਂ ਮਿਲੀ ਅਜੇ ਤੱਕ ਸਵੇਰ ਦੇ ਆਣ ਕੇ ਬੈਠੇ ਕੁਝ ਇਸ ਵਕਤ ਕਿਸਾਨ ਮੌਜੂਦ ਨੇ ਜਿਹੜੇ ਲਗਾਤਾਰ ਇਹ ਖਾਦ ਨੂੰ 2-2 4-4 ਬੋਰੀਆਂ ਨੂੰ ਜਿਹੜਾ ਵਾ ਤਰਸਦੇ ਨਜ਼ਰ ਆ ਰਹੇ ਨੇ। ਇਹਨਾਂ ਤੋਂ ਜਾਣਦੇ ਇਹਨਾਂ ਦਾ ਨਾਂ ਕੀ ਆ ਤੇ ਕੀ ਇਹਨਾਂ ਦੀ ਸਮੱਸਿਆ ਕੀ ਨਾਂ ਜੀ ਆਪਣਾ ਕਿਹੜਾ ਪਿੰਡ ਜੀ? ਲੋਕਾਂ ਨੂੰ ਫਰਮੈਸ਼ਾਂ ਜਿਹੜੀਆਂ ਉਹਨਾਂ ਨੂੰ ਖਾਦ ਮਿਲ ਰਹੀ ਹੈ ਪਰ ਦੂਜੇ ਨੂੰ ਖਾਦ ਨਹੀਂ ਮਿਲ ਰਹੀ ਇਹਦੇ ਪਿੱਛੇ ਕੀ ਕਾਰਨ ਸਮਝਦੇ ਜੀ? ਇਹਦਾ ਕਾਰਨ ਦੂਜਾ ਸਰਕਾਰ ਦਾ ਹੱਥ ਆ ਜਾਂ ਮੋਦੀ ਹੱਥ ਆ ਜੋ ਕਿ ਉਹਨਾਂ ਨੂੰ ਪਤਾ ਮੋਦੀ ਆਪਣੇ ਬਾਰੇ ਕੀ ਸੋਚਦਾ ਵਾ ਜੱਟਾਂ ਬਾਰੇ ਤੇ ਇਸੇ ਬਾਰੇ ਕਈ ਕਿਸਾਨ ਜਿੱਥੇ ਇਸ ਕਿੱਲਤ ਲਈ ਕੇਂਦਰ ਸਰਕਾਰ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਮੰਨ ਰਹੇ ਨੇ ਤੇ ਕੁਝ ਕਿਸਾਨਾਂ ਦਾ ਕਹਿਣਾ ਸੀ ਕਿ ਖਾਦ ਵੰਡਣ ਵੇਲੇ ਖੇਤੀਬਾੜੀ ਅਧਿਕਾਰੀਆਂ ਦੀ ਗੈਰ ਮੌਜੂਦਗੀ ਕਾਰਨ ਹੀ ਇਹ ਸਹੀ ਵੰਡ ਨਹੀਂ ਹੋ ਰਹੀ। ਕਿਸਾਨਾਂ ਦਾ ਕਹਿਣਾ ਸੀ ਕਿ ਦਿਨ ਵੇਲੇ ਆਈ ਖਾਦ ਦੀ ਵੰਡ ਕਰ ਦਿੱਤੀ ਜਾਂਦੀ ਏ। ਕੁਝ ਖਾਦ ਵਿਕਰੇਤਾ ਰਾਤ ਵੇਲੇ ਆਈ ਖਾਦ ਦੇ ਟਰੱਕ ਗੋਦਾਮਾਂ ਵਿੱਚ ਸਟੋਰ ਕਰ ਰਹੇ ਨੇ। ਕਿਸਾਨਾਂ ਨੇ ਇਹ ਵੀ ਦਿਖਾਇਆ ਕਿ ਜਿੱਥੇ ਛੋਟੇ ਕਿਸਾਨਾਂ ਨੂੰ ਖਾਦ ਨਹੀਂ ਦਿੱਤੀ ਜਾ ਰਹੀ ਉੱਥੇ ਵੱਡੇ ਕਿਸਾਨਾਂ ਨੂੰ ਰਾਤ ਵੇਲੇ ਖਾਦ ਘਰ ਪਹੁੰਚਾਈ ਜਾ ਰਹੀ ਏ। ਲੈ ਕੇ ਜਾ ਰਹੇ ਜੀ ਮਾੜੀ ਮੇ ਕੇ ਤੇ ਕਿਹਦੀ ਦੁਕਾਨ ਤੋਂ ਲੈ ਕੇ ਆਏ ਜੀ? ਖੁੱਲਰ ਖੇਤੀ ਸਟੋਰ ਮਾੜੀ ਮੇ ਕੇ ਪਤਾ ਕਿਹਦੀ ਇਹ ਖਾਦ ਲੈ ਕੇ? ਪਤਾ ਨਹੀਂ ਹੈ ਕਿੰਨੀਆਂ ਬੋਰੀਆਂ ਖਾਦ ਨੇ? 60 ਬੋਰੀਆਂ। ਤੇ ਹੁਣ ਤੁਸੀਂ ਮਾੜੀ ਮੇ ਕੇ ਲੈ ਕੇ ਜਾ ਰਹੇ? ਹਾਂਜੀ ਜਦ ਇਹਨਾਂ ਦੋਸ਼ਾਂ ਸੰਬੰਧੀ ਸੰਬੰਧਿਤ ਖਾਦ ਮਾਲਕ ਤੋਂ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਖਾਦ ਵਿਕਰੇਤਾਵਾਂ ਨੇ ਕੈਮਰੇ ਅੱਗੇ ਕੁਝ ਵੀ ਬੋਲਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਤੁਸੀਂ ਇਸ ਗੱਲ ਨੂੰ ਛੱਡੋ, ਜੋ ਆਈ ਸੀ ਉਹ ਵੰਡ ਕਰ ਦਿੱਤੀ ਗਈ ਏ। ਇਸੇ ਤਰ੍ਹਾਂ ਹੀ ਖਾਲੜਾ ਵਿਖੇ ਵੀ ਸਵੇਰ ਤੋਂ ਹੀ ਵੱਡੀ ਗਿਣਤੀ ਟਰੈਕਟਰ ਟਰਾਲੀਆਂ ਲੈ ਕੇ ਕਿਸਾਨ ਖਾਦ ਦੀ ਉਡੀਕ ਕਰ ਰਹੇ ਸਨ। ਤੇ ਖਾਲੜਾ ਦੇ ਖੇਤੀ ਸਟੋਰ ਅੱਗੇ ਕਿਸਾਨ ਜਿਹੜੇ ਆ ਉਹ ਬੈਠੇ ਉਡੀਕ ਕਰ ਰਹੇ ਆ ਕਿ ਕਦੋਂ ਜਿਹੜੀ ਆ ਇਹ ਸੋਨਾ ਰੂਪੀ ਬਣੀ ਖਾਦ ਜਿਹੜੀ ਆ ਸਾਡੇ ਹੱਥ ਵਿੱਚ ਆਵੇਗੀ। ਕੋਈ ਕਿਸਾਨ ਇਸ ਵਕਤ ਮੌਜੂਦ ਨੇ, ਉਹਨਾਂ ਤੋਂ ਜਾਣਦੇ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ। ਕੀ ਨਾ ਜੀ ਆਪਣਾ? ਝਰਮਲ ਸਿੰਘ ਜੀ, ਮਤਲਬ ਖਾਦ ਜਿਹੜੀ ਆ ਉਹ ਕਿਸ ਧਾਰ ਦੇ ਵੰਡ ਹੋ ਰਹੀ ਹੈ ਤਾਂ ਅਜੇ ਤੱਕ ਮਿਲੀ ਖਾਦ? ਹਾਂ ਜੀ, ਆਰਟੀਏ ਕੋਲ ਸਾਡੇ ਕੋਲ ਪਹੁੰਚੀ ਨਹੀਂ ਅਜੇ। ਤੇ ਜਦੋਂ ਵੀ ਖਾਦ ਆਉਂਦੀ ਹੈ ਸਾਰੇ ਗਾਹਕਾਂ ਨੂੰ ਪਹਿਲ ਦੇ ਆਧਾਰ ਤੇ ਜਿੰਨੀ ਵੰਡ ਬੰਦੀ ਦੇ ਦਿੰਦਾ।
ਨਿਗਾਹ ਸੱਦੇ ਆ ਵੀ ਖਾਦ ਆਉਣ ਵਾਲੀ ਹੈ, ਜੇ ਖਾਦ ਸਰਕਾਰ ਪਹੁੰਚਾਊਗੀ ਤੇ ਇਹਨੇ ਜਿੰਨੀ ਬਣਦੀ ਸਾਰਿਆਂ ਨੂੰ ਇੱਕੋ ਹੀ ਵੰਡ ਕੇ ਦੇ ਦੇਣੀ। ਤੁਹਾਨੂੰ ਕਿੰਨੀ ਖਾਦ ਚਾਹੀਦੀ? ਸਾਨੂੰ ਲਗਭਗ ਮੈਨੂੰ 50 ਬੋਰੀਆਂ ਯੂਰੀਆ ਚਾਹੀਦੀ। ਹੁਣ ਤੱਕ ਕੋਈ ਮਿਲੀ? ਨਾ ਅਜੇ ਤੱਕ ਕੋਈ ਇੱਕ ਬੋਰੀ ਨਹੀਂ ਹੋਈ, ਕੱਲ੍ਹ ਲੱਗ ਜਾਂਦੇ ਸਾਡਾ ਖਾਦ। ਕੁਝ ਹੋਰ ਕਿਸਾਨ ਇਸ ਵਕਤ ਮੌਜੂਦ ਨੇ, ਉਹਨਾਂ ਤੋਂ ਪੁੱਛਦੇ ਆ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ। ਕੀ ਨਾ ਜੀ ਆਪਣਾ? ਅਰਜਨ ਸਿੰਘ ਜੀ। ਅਰਜਨ ਸਿੰਘ ਜੀ, ਕੋਈ ਖਾਦ ਮਿਲੀ ਹੁਣ ਤੱਕ? ਨਹੀਂ ਅਜੇ ਤੱਕ ਨਹੀਂ ਮਿਲੀ, ਪਿੱਛੋਂ ਸਰਕਾਰ ਨੂੰ ਖਾਦ ਨਹੀਂ ਆਈ। ਤਿਆਰ ਆਓ ਪਿੱਛੋਂ ਆਓ ਤਿਆਰ ਕੀ ਦਊ, ਅਜੇ ਪਿੱਛੋਂ ਸਰਕਾਰ ਨੂੰ ਕੋਈ ਖਾਦ ਨਹੀਂ ਆਈ। ਅੱਜ ਕੋਈ ਉਮੀਦ ਹੈਗੀ? ਅੱਜ ਕੋਈ ਉਮੀਦ ਹੈਗੀ ਆ, ਫਿਰ ਆਰਤੀਆਂ ਨੇ ਸੱਦੇ ਆ ਵੀ ਜਿੰਨੀ ਆਊਗੀ ਤਾਂ ਵੰਡ ਕੇ ਦੇ ਦਿੰਦੇ ਆ। ਪਹਿਲੀ ਵਾਰ ਮਿਲ ਲੱਗੀ ਹੈ। ਤੇ ਤੁਹਾਨੂੰ ਕਿੰਨੀ ਕੁ ਖਾਦ ਦੀ ਜ਼ਰੂਰਤ ਹੈ? ਸਾਨੂੰ 20-25 ਬੋਰੀਆਂ ਦੀ ਲੋੜ ਆ। ਜੇ ਹੁਣ ਜਿੰਨੀ ਕਿ ਦੇਣਗੇ ਕਿ ਤਾਂ 5 ਮਿਲਣੀਆਂ 4 ਮਿਲਣੀਆਂ, ਤਾਂ ਜਿੰਨੀ ਲੋੜ ਹੈ ਉਨੀ ਨਹੀਂ ਮਿਲਦੀ। ਅਜੇ ਤੱਕ ਨਹੀਂ ਕੋਈ? ਨਹੀਂ ਮਿਲਦੀ, ਅਜੇ ਤੱਕ ਕੋਈ ਖਾਦ ਨਹੀਂ ਮਿਲੀ। ਸਾਡੇ ਨਾਲ ਇਸ ਵਕਤ ਨੌਜਵਾਨ ਕਿਸਾਨ ਇੱਕ ਮੌਜੂਦ ਹੈ, ਉਸ ਤੋਂ ਜਾਣਦੇ ਹਾਂ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ। ਕੀ ਨਾ ਜੀ ਆਪਣਾ? ਨਰਿੰਦਰ ਸਿੰਘ ਜੀ, ਇਹ ਜਿਹੜੀ ਖਾਦ ਆ ਹੁਣ ਤੱਕ ਤੁਹਾਨੂੰ ਕੋਈ ਖਾਦ ਮਿਲੀ ਹੈ? ਨਹੀਂ, ਕੋਈ ਖਾਦ ਨਹੀਂ। ਹੁਣ ਕੋਈ ਸੰਭਾਵਨਾ ਮਿਲਦੀ ਹੈ ਕਿ ਤੁਸੀਂ ਇਕੱਠੇ ਹੋਏ ਜੀ? ਸੁਭਾਵਨਾ ਜੀ ਸਾਡੇ ਆੜ੍ਹਤੀ ਕੋ ਜੇ ਆ ਗਈ ਤਾਂ ਉਸ ਹਿਸਾਬ ਨਾਲ ਵੰਡ ਜਿੰਨੀ ਬਣਦੀ ਆ ਉਸ ਹਿਸਾਬ ਨਾਲ ਸਾਰਿਆਂ ਗਾਹਕਾਂ ਨੂੰ ਵੰਡ ਕੇ ਦਿੱਤੀ ਜਾਊਗੀ। ਕਿਸਾਨ ਦਾ ਜੀ ਉਹ ਹਾਲ ਹੋ ਗਿਆ ਵਾ ਵੀ ਜੇ ਫਸਲ ਵੇਚਣੀ ਆ ਤਾਂ ਵੀ ਤਰਲਿਆਂ ਨਾਲ ਵੇਚਣੀ ਆ। ਜੇ ਫਸਲ ਨੂੰ ਕੋਈ ਚੀਜ਼ ਜਾਂ ਕੋਈ ਯੂਰੀਆ ਡਾਈ ਖਾਦ ਵਗੈਰਾ ਪਾਉਣੀ ਉਹ ਵੀ ਵੇਖ ਲਓ, ਸਾਰੇ ਜ਼ਿਮੀਂਦਾਰ ਇਕੱਠੇ ਹੋਏ, ਉਹ ਵੀ ਤਰਲਿਆਂ ਨਾਲ ਹੀ ਮਿਲਣੀ ਆ। ਤੇ ਸਰਕਾਰਾਂ ਉੱਥੇ ਬੈਠੀਆਂ ਕਹੀ ਜਾਂਦੀਆਂ ਜੀ ਯੂਰੀਆ ਵਾਧੂ ਕਰਤੀ ਜੀ, ਡਾਈ ਵਾਧੂ ਕਰਤੀ ਜੀ। ਮੇਰੀ ਸਾਰਿਆਂ ਵੀਰਾਂ ਗਾੜੀ ਹੱਥ ਜੋੜ ਕੇ ਬੇਨਤੀ ਆ, ਵੇਖੋ ਕਿੰਨੇ ਸਾਰੇ ਕਿਸਾਨ ਇਕੱਠੇ ਹੋਏ ਆ, ਇਹ ਉੱਤੇ ਹਵਾ ਚ ਹੀ ਟੀਰ ਛੱਡੀ ਜਾਂਦੇ, ਆਉਂਦੀ ਖਾਦ ਕੋਈ ਨਹੀਂ ਹੈ। ਤੇ ਤੁਸੀਂ ਇਹਦੇ ਪਿੱਛੇ ਕਿਹਨੂੰ ਦੋਸ਼ੀ ਸਮਝਦੇ ਜੇ? ਅਸੀਂ ਤਾਂ ਕੇਂਦਰ ਸਰਕਾਰ ਨੂੰ ਸਮਝਦੇ ਹਾਂ ਜੀ, ਜਿਹੜੀ ਲਾਰੇ ਲਾਉਂਦੀ ਆ ਕਿਸਾਨਾਂ ਨੂੰ, ਜਿਹੜੀ ਆਂਦੀ ਆ ਵੀ ਕਿਸਾਨ ਫਲਾਣ ਟੀਕਾ ਵੇਖ ਲਓ, ਜਿੰਨੇ ਕਿਸਾਨ ਇਕੱਠੇ ਹੋਏ ਆ ਕਿਸਾਨ ਵਾਸਤੇ ਇੱਕ ਬੋਰੀ ਯੂਰੀਆ ਸਟਾਲੇ ਤੋਂ ਲੋਕੀ ਰਹਿਣ ਡਏ ਜੀ, ਲੋਕਾਂ ਦੇ ਡੰਗਰ ਭੁੱਖੇ ਮਰਨ ਡਏ। ਤੁਹਾਨੂੰ ਕਿੰਨੀ ਕੁ ਲੋੜ ਹੈ ਯੂਰੀਆ? ਮੈਨੂੰ 200 ਬੋਰੀ ਲੋੜ ਹੈ ਜੀ। ਹੁਣ ਤੱਕ ਕੋਈ ਮਿਲੀ ਹੈ? ਨਹੀਂ ਜੀ, ਇੱਕ ਬੋਰੀ ਨਹੀਂ ਮਿਲੀ, ਪੱਠਿਆਂ ਨੂੰ ਪਾਉਣ ਨੂੰ ਨਹੀਂ ਮਿਲੀ, ਕਣਕ ਤਾਂ ਬੜੀ ਦੂਰ ਦੀ ਗੱਲ। ਵਿਕਾਸ ਖੇਤੀ ਸਟੋਰ ਨਾਮ ਦੇ ਇੱਕ ਦੁਕਾਨ ਤੇ ਖਾਦ ਪੁੱਜੀ ਹੈ, ਉਹਨਾਂ ਦੇ ਮਾਲਕ ਨਾਲ ਗੱਲ ਕਰਦੇ ਆ ਤੇ ਉਹਨਾਂ ਤੋਂ ਜਾਣਦੇ ਆ ਕਿ ਯੂਰੀਆ ਖਾਦ ਦੀ ਵੰਡ ਨੂੰ ਲੈ ਕੇ ਕੀ ਉਹਨਾਂ ਵੱਲੋਂ ਜਿਹੜੀ ਆ ਨੀਤੀ ਜਿਹੜੀ ਆ ਬਣਾਈ ਗਈ ਆ ਤੇ ਕਿਸ ਆਧਾਰ ਤੇ ਵੰਡ ਜਿਹੜੀ ਕੀਤੀ ਜਾਵੇਗੀ। ਵਿਕਾਸ ਜੀ, ਆਪਣਾ ਜਿਹੜੀ ਯੂਰੀਆ ਖਾਦ ਆਈ ਆ, ਇਹ ਕਿੰਨੀ ਤੁਹਾਡੇ ਕੋਲ ਖਾਦ ਆਈ ਆ ਤੇ ਇਹਦੀ ਵੰਡ ਕਿੱਦਾਂ ਕਰ ਰਿਹਾ ਜੀ? ਵੀਰ ਜੀ, ਸਾਡੇ ਕੋਲ ਇੱਕ ਗੱਡੀ ਪਹੁੰਚ ਚੁੱਕੀ ਹੈ, ਇੱਕ ਗੱਡੀ ਦੀ ਹੋਰ ਉਮੀਦ ਹੈ। ਸਾਰੇ ਜ਼ਿਮੀਂਦਾਰ ਕਿਸਾਨ ਸਾਡੀ ਦੁਕਾਨ ਤੇ ਬੈਠੇ ਆ, ਸਾਰਿਆਂ ਨੂੰ ਇਹੋ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ 5, 7, 10 ਜ਼ਿਮੀਂਦਾਰਾਂ ਨੂੰ ਨਾਲ ਲੈ ਕੇ ਜੋ ਪ੍ਰੋਪਰ ਵੰਡ ਬਣੇਗੀ, ਜਿੰਨੀ ਕਿਸੇ ਨੂੰ ਵੰਡ ਦੇ ਆਧਾਰ ਤੇ ਖਾਦੋਗੇ, ਇੱਕ ਬੋਰੀ। ਭਾਵੇਂ ਕਿ ਕੋਆਪਰੇਟਿਵ ਸੁਸਾਇਟੀਆਂ ਵਿੱਚ ਵੀ ਯੂਰੀਆ ਖਾਦ ਆ ਰਹੀ ਹੈ, ਪਰ ਉੱਥੇ ਵੀ ਅਜੇ ਯੂਰੀਆ ਖਾਦ ਦੀ ਘਾਟ ਬਣੀ ਹੋਈ ਹੈ। ਇਸ ਬਾਰੇ ਕੋਆਪਰੇਟਿਵ ਸੁਸਾਇਟੀ ਖਾੜਾ ਦੇ ਸਕੱਤਰ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਇਸ ਬਾਰੇ ਕਹਿਣਾ ਸੀ ਕਿ ਸਤਨਾਮ ਸਿੰਘ ਜੀ, ਮਤਲਬ ਜਿਹੜੀ ਯੂਰੀਆ ਖਾਦ ਹੈ ਇਹ ਕਿੰਨੀ ਕੁ ਹੁਣ ਤੱਕ ਪਹੁੰਚ ਚੁੱਕੀ ਹੈ ਆਪਣੀ ਇਸ ਸਭਾ ਦੇ ਵਿੱਚ ਤੇ ਇਹਦੀ ਵੰਡ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ? ਸਰ, ਪਹਿਲਾਂ 1050 ਬੋਰੀਆਂ ਮੇਰੇ ਕੋਲ 2 ਸੁਸਾਇਟੀਆਂ ਦੀ ਖਾਦ ਹੈ ਜੀ, ਉਹਨਾਂ ਦੀ ਮੈਂ ਪ੍ਰਤੀ ਏਕੜ ਦੀ ਬੋਰੀ ਦੇ ਹਿਸਾਬ ਨਾਲ ਵੰਡ ਕੀਤੀ ਗਈ ਇਸ ਤਰ੍ਹਾਂ। ਤੇ ਜ਼ਿਮੀਂਦਾਰ ਕਿੰਨੀ ਮਤਲਬ ਖਾਦ ਦੀ ਡਿਮਾਂਡ ਕਰ ਰਹੇ ਆ ਤੇ ਵੈਸੇ ਕਿੰਨੀ ਕੁ ਸੰਭਾਵਨਾ ਹੈ ਕਿ ਕਿੰਨੀ ਕੁ ਖਾਦ ਜਿਹੜੀ ਜ਼ਿਮੀਂਦਾਰਾਂ ਨੂੰ ਚਾਹੀਦੀ ਹੁੰਦੀ ਹੈ ਜਿਹੜੀ ਆ ਇਹਦੇ ਪਹਿਲਾਂ ਦੇ ਮੁਤਾਬਕ? ਸਰ, ਉਹ 1 ਏਕੜ ਦੇ 3 ਬੋਰੀਆਂ ਮੰਗ ਰਹੇ ਜੀ ਜ਼ਿਮੀਂਦਾਰ, ਪਰ ਹਾਲ ਦੀ ਘੜੀ ਥੋੜੀ ਹੋਣ ਕਰਕੇ 1 ਬੋਰੀ 1 ਏਕੜ ਦੀ ਵੰਡੀ ਜਾ ਰਹੀ ਆ। ਜਾਨੀ ਕਿ ਤੁਸੀਂ ਸਮਝਦੇ ਜੇ ਤੁਹਾਡਾ ਕਹਿਣਾ ਕਿ ਜੇ ਤੀਜਾ ਹਿੱਸਾ ਖਾਦ ਜਿਹੜੀ ਆ ਜਿਹੜੀ ਆ ਪਹੁੰਚੀ? ਹਾਂਜੀ, ਤੀਜਾ ਹਿੱਸਾ ਪਹੁੰਚੀ, ਪੂਰੀ ਨਹੀਂ ਜਾਣੀ ਕਿ ਪੂਰੀ ਡਿਮਾਂਡ ਹੈ ਜੀ ਜੋ ਸੁਸਾਇਟੀ ਦੀ ਅਜੇ ਤੱਕ ਪਹੁੰਚੀ ਨਹੀਂ। ਇਸੇ ਤਰ੍ਹਾਂ ਹੀ ਭਿੱਖੀਵਿੰਡ ਵਿਖੇ ਖਾਦ ਦੀ ਵੰਡ ਕਰ ਰਹੇ ਕੁਝ ਖਾਦ ਵਿਕਰੇਤਾਵਾਂ ਦਾ ਕਹਿਣਾ ਸੀ ਕਿ ਅਸੀਂ ਖਾਦ ਦੀ ਵੰਡ ਬੇਹੱਦ ਨਿਰਪੱਖ ਤਰੀਕੇ ਨਾਲ ਕਿਸਾਨਾਂ ਨੂੰ ਕਰ ਰਹੇ ਹਾਂ। ਅਸੀਂ ਜਿਹੜੀ ਖਾਦ ਦੀ ਵੰਡ ਆ, ਜਿਸ ਤਰ੍ਹਾਂ ਜ਼ਿਮੀਂਦਾਰ ਦੀ ਲੋੜ ਆ ਉਸ ਮੁਤਾਬਕ ਤੇ ਜਿਸ ਮੁਤਾਬਕ ਸਾਨੂੰ ਸਪਲਾਈ ਮਿਲਦੀ ਆ ਉਹਦੀ ਵੰਡ ਬਣਾ ਕੇ ਦੇ ਰਹੇ ਹਾਂ। ਬਾਕੀ ਸਿੰਗਲ ਵੀ ਬੈਗ ਕੋਈ ਜ਼ਿਮੀਂਦਾਰ ਸਾਨੂੰ ਕਹਿ ਦੇ ਕਿ ਕੰਟਰੋਲ ਰੇਟ ਤੋਂ ਵੱਧ ਵੇਚਿਆ, ਅਸੀਂ ਉਹਦੇ ਜ਼ਿੰਮੇਵਾਰ ਬੰਦੇ। ਸਿੰਗਲ ਕੋਈ ਦਵਾਈ ਦਾ ਜਾਂ ਕੋਈ ਬਾਇਓ ਦਾ ਜਾਂ ਕੋਈ ਸਲਫਰ ਦਾ ਇੱਕ ਸਿੰਗਲ ਪੈਕਟ ਨਹੀਂ ਸਾਡੇ ਕੋਲ ਦਿੱਤਾ ਗਿਆ, ਸਿਰਫ ਤੇ ਸਿਰਫ ਯੂਰੀਆ ਕੰਟਰੋਲ ਰੇਟ ਤੇ ਦਿੱਤਾ ਜਾਂਦਾ। ਹੁਣ ਤੱਕ ਕਿੰਨੀ ਕੁ ਜਿਹੜੀ ਆ ਖਾਦ ਦੀ ਤੁਹਾਡੇ ਕੋਲ ਸਪਲਾਈ ਪਹੁੰਚ ਚੁੱਕੀ ਆ ਤੇ ਮਤਲਬ ਕਿੰਨੀ ਕੁ ਜਿਹੜੀ ਆ ਉਹਦੀ ਵੰਡ ਹੋ ਚੁੱਕੀ? ਪਿਛਲੇ ਸਾਲ ਨਾਲੋਂ ਜੇ ਐਰਕੀ ਸਾਲ ਕੰਪੇਅਰ ਕਰੀਏ ਤੇ ਹਾਲੇ ਤੱਕ ਸਿਰਫ 10 ਤੋਂ 12% ਯੂਰੀਆ ਦੀ ਸਪਲਾਈ ਸਾਨੂੰ ਆ ਚੁੱਕੀ ਹੈ ਤੇ ਬਾਕੀ ਅਜੇ 80 ਤੋਂ 85% ਜੋ ਸਾਨੂੰ ਲੱਗਦਾ ਫੀਡਬੈਕ ਕੀ ਅਜੇ ਸ਼ਾਰਟੇਜ ਹੈਗੀ। ਇਹ ਸਨ ਜੀ ਖਾਦ ਵਿਕਰੇਤਾ, ਜਿਨ੍ਹਾਂ ਦਾ ਕਹਿਣਾ ਆ ਕਿ ਇੱਕ ਤੀਜਾ ਹਿੱਸਾ ਖਾਦ ਵੀ ਜਿਹੜੀ ਆ ਉਹ ਅਜੇ ਕਿਸਾਨਾਂ ਤੱਕ ਨਹੀਂ ਪਹੁੰਚੀ ਤੇ ਉਹਨਾਂ ਕੋਲ ਜਿੰਨੀ ਖਾਦ ਦੀ ਸਪਲਾਈ ਆ ਰਹੀ ਹੈ ਉਹ ਨਿਰੰਤਰ ਉਸ ਦੀ ਵੰਡ ਬਣਾ ਕੇ ਉਹਨਾਂ ਨੂੰ ਦੇ ਰਹੇ। ਇਸ ਬਾਰੇ ਭਿੱਖੀਵਿੰਡ ਦੇ ਸਹਾਇਕ ਬਲਾਕ ਵਿਕਾਸ ਖੇਤੀਬਾੜੀ ਅਧਿਕਾਰੀ ਗੁਰਦੀਪ ਸਿੰਘ ਹੋਰਾਂ ਦਾ ਕਹਿਣਾ ਸੀ ਕਿ ਜਲਦੀ ਹੀ ਯੂਰੀਆ ਖਾਦ ਦੀ ਕਿੱਲਤ ਜਿਹੜੀ ਆ ਉਹ ਦੂਰ ਹੋ ਜਾਵੇਗੀ। ਜੀ, ਤਕਰੀਬਨ ਸਾਡੇ ਜ਼ਿਲ੍ਹੇ ਦੇ ਵਿੱਚ 5 ਤੋਂ 7 ਰੈਕ ਖਾਦ ਦੇ ਲੱਗ ਚੁੱਕੇ ਨੇ। ਉਸ ਦੌਰਾਨ ਜਿਹੜੀ ਵੀ ਖਾਦ ਉਹਦੀ ਐਲੋਕੇਸ਼ਨ ਜਿਹੜੀ ਹੈ ਤਕਰੀਬਨ 85% ਖਾਦ ਦੀ ਐਲੋਕੇਸ਼ਨ ਸੁਸਾਇਟੀਆਂ ਦੇ ਵੱਲ ਹੋ ਰਹੀ ਹੈ ਤੇ ਕੁਝ 15% ਜਿਹੜੇ ਪ੍ਰਾਈਵੇਟ ਡੀਲਰਸ ਤੋਂ ਆ ਰਹੀ ਹੈ। ਇਹਦੇ ਮੁਕੰਮਲੀ ਕੱਲ
ਉੱਤਮ ਚੰਬਲ ਫਰਟੀਲਾਈਜ਼ਰਸ ਦਾ ਇੱਕ ਰੈਕ ਲੱਗਿਆ ਸੀ, ਜਿਸ ਮੁਤਾਬਕ ਸਾਡੇ ਤਕਰੀਬਨ ਕੁਝ 700 ਮੈਟ੍ਰਿਕ ਟਨ ਖਾਦ ਸੁਸਾਇਟੀਜ਼ ਨੂੰ ਗਈ ਹੈ ਤੇ ਬਾਕੀ ਖਾਦ ਪ੍ਰਾਈਵੇਟ ਡੀਲਰਾਂ ਨੂੰ ਗਈ ਹੈ। ਉਹਨਾਂ ਵਿੱਚੋਂ ਕੁਝ ਸਾਡੇ ਹੋਲਸੇਲ ਡੀਲਰ ਨੇ, ਜਿਵੇਂ ਅਸ਼ੋਕਾ ਫਰਟੀਲਾਈਜ਼ਰ, ਖੁੱਲਰ ਬ੍ਰਦਰਸ, ਖੁੱਲਰ ਖੇਤੀ ਸਟੋਰ, ਕਿਸਾਨ ਖੇਤੀ ਸਟੋਰ, ਇਹਨਾਂ ਨੂੰ ਤਕਰੀਬਨ 2400 1800 ਤੇ 2100 ਬੈਗ ਦੇ ਲਾਗੇ ਬੰਨੇ ਇਹਨਾਂ ਕੋਲ ਖਾਦ ਪਹੁੰਚ ਹੋ ਰਹੀ ਹੈ, ਜਿਹੜੀ ਕਿ ਇਹਨਾਂ ਕੋਲ POS ਮਸ਼ੀਨਾਂ ਰਾਹੀਂ ਜ਼ਿਮੀਂਦਾਰਾਂ ਨੂੰ ਲੋੜ ਅਨੁਸਾਰ ਦਿੱਤੀ ਜਾ ਰਹੀ ਹੈ। ਸਰ ਕੋਈ ਇਹਦਾ ਅੰਦਾਜ਼ਾ ਹੋਏਗਾ ਕਿ ਜਿਹੜੀ ਔਸਤ ਹੁਣ ਤੱਕ ਖਾਦ ਪਹੁੰਚ ਜਾਂਦੀ ਹੈ ਉਹਦੇ ਮੁਤਾਬਕ ਹੁਣ ਤੱਕ ਕਿੰਨੀ ਕੁ ਖਾਦ ਜਿਹੜੀ ਹੈ ਸਰਕਾਰ ਵੱਲੋਂ ਸਪਲਾਈ ਹੋ ਚੁੱਕੀ ਹੋਵੇਗੀ ਤੇ ਕਿੰਨੀ ਕੁ ਕਿਸਾਨਾਂ ਦੀ ਮੰਗ ਰਹੇਗੀ ਅੱਗੇ? ਇਹ ਬੇਸਿਕਲੀ ਜਿਹੜੀ ਖਾਦ ਦੀ ਐਲੋਕੇਸ਼ਨ ਹੈ ਇਹ ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਹੀ ਕਰ ਰਿਹਾ, ਔਰ ਐਲੋਕੇਸ਼ਨ ਜਿੰਨੀ ਹੋਈ ਇਹਦਾ ਜ਼ਿਆਦਾ ਡਾਟਾ ਉਹਨਾਂ ਕੋਲ ਹੋਊਗਾ। ਸਾਡੇ ਕੋਲ ਸਪੈਸੀਫਿਕਲੀ ਜਿਹੜਾ ਸਾਡੇ ਬਲਾਕ 'ਚ ਆ ਰਿਹਾ ਵਾ, ਜਿੰਨੀ ਅੱਜ ਦੀ ਆਈ ਸਾਡੇ ਕੋਲ ਸਿਰਫ ਉਨੀ ਡਿਟੇਲ ਹੀ ਹੁੰਦੀ। ਇਹ ਜਿਹੜੀ ਖਾਦ ਹੁੰਦੀ ਹੈ ਜੀ, ਇਹ ਜਿਹੜੀ ਤੁਹਾਡੀ ਨਿਗਰਾਨੀ ਦੇ ਵਿੱਚ ਵੰਡ ਹੋਣੀ ਹੁੰਦੀ ਹੈ, ਇਹ ਖਾਦ ਸਪੈਸੀਫਿਕ ਗੋਦਾਮਾਂ ਦੇ ਵਿੱਚ ਰੱਖੀ ਜਾ ਸਕਦੀ ਜਾਂ ਪਾਸੇ ਵੀ ਰੱਖੀ ਜਾ ਸਕਦੀ ਹੈ? ਇਹ ਜੀ ਜਿਹੜੇ ਸੰਬੰਧਿਤ ਡੀਲਰਸ ਹੁੰਦੇ ਆ, ਉਹਨਾਂ ਦਾ ਜਿਹੜਾ ਸੇਲ ਪੁਆਇੰਟ ਉਹਨਾਂ ਦੇ ਇੰਦਰਾਜ ਹੁੰਦਾ ਉੱਥੇ ਹੀ ਰੱਖਦੇ ਨੇ, ਉਸ ਤੋਂ ਬਾਹਰ ਨਹੀਂ ਰੱਖੀ ਜਾ ਸਕਦੀ। ਜੇ ਕੋਈ ਅਜਿਹਾ ਵਿਅਕਤੀ ਪਾਇਆ ਜਾਂਦਾ ਤਾਂ ਉਸ ਦੇ ਖਿਲਾਫ ਕਿਹੋ ਜੀ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਜੀ? ਜੇਕਰ ਕੋਈ ਖਾਦ ਜਿਹੜੀ ਉਹਨਾਂ ਦੇ ਸੇਲ ਪੁਆਇੰਟ ਜਾਂ ਜਿਹੜੀ ਉਹਨਾਂ ਦੇ ਰਜਿਸਟਰਡ ਗੋਦਾਮਾਂ ਤੋਂ ਇਲਾਵਾ ਹੁੰਦੀ ਹੈ ਤਾਂ ਫਿਰ ਉਸ ਤੇ ਜੋ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਦੇ ਤਹਿਤ ਜੋ ਧਾਰਾਵਾਂ ਲੱਗਦੀਆਂ ਉਹਦੇ ਤਹਿਤ ਹੀ ਕਾਰਵਾਈ ਸੰਬੰਧਿਤ ਡੀਲਰ ਤੇ ਕੀਤੀ ਜਾ ਸਕਦੀ। ਹੁਣ ਕੋਈ ਸੰਭਾਵਨਾ ਹੈ ਜੀ ਇਹਦੇ ਖਾਦ ਦਾ ਜਿਹੜਾ ਇਹ ਸੰਕਟ ਇਸ ਵਕਤ ਲੱਗ ਰਿਹਾ ਆ ਜਾਂ ਛੋਟੇ ਕਿਸਾਨ ਜਿਹੜੇ ਪਰੇਸ਼ਾਨ ਨੇ, ਕੋਈ ਇਹ ਜਲਦੀ ਮਤਲਬ ਜਿਹੜਾ ਖਤਮ ਹੋਣ ਦੀ ਸੰਭਾਵਨਾ ਹੈ? ਬਿਲਕੁਲ ਜੀ ਬਿਲਕੁਲ। ਹੁਣ ਜਿੱਦਾਂ ਆਪਣੇ ਜ਼ਿਲ੍ਹੇ ਦੇ ਵਿੱਚ ਰੈਕ ਆ ਰਹੇ ਨੇ ਟ੍ਰੇਨਾਂ ਖੁੱਲ੍ਹਣ ਕਰਕੇ, ਤੇ ਤਕਰੀਬਨ ਹਫ਼ਤੇ 10 ਦਿਨਾਂ ਤੱਕ ਤਕਰੀਬਨ ਜਿਹੜੀ ਖਾਦ ਦੀ ਕਿੱਲਤ ਹੈ ਪੂਰਨ ਤੌਰ ਤੇ ਖਤਮ ਹੋ ਜਾਏਗੀ। ਇਹ ਜਿਹੜੀ ਫਸਲ ਹੁੰਦੀ ਹੈ ਜੀ ਇਹਦੀ ਕਣਕ ਦੀ, ਇਹਨੂੰ ਤੁਸੀਂ ਤੁਹਾਡੇ ਮੁਤਾਬਕ ਜਿਹੜਾ ਵਾ ਇਹ ਕਿੰਨੀ ਕੁ ਦੇਰ ਤੱਕ ਖਾਦ ਦੀ ਜਿਹੜੀ ਆ ਜ਼ਰੂਰਤ, ਕਿੰਨੇ ਕੁ ਸਮੇਂ ਤੱਕ ਇਹਦੀ ਜਿਹੜੀ ਲੋੜ ਆ ਇਹਨੂੰ ਮਹਿਸੂਸ ਹੁੰਦੀ ਹੈ ਤੇ ਵਰਤੋਂ ਕਰਨੀ ਪੈਂਦੀ ਕਿਸਾਨਾਂ ਨੂੰ? ਬੇਸਿਕਲੀ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਸਿਫਾਰਿਸ਼ ਕਰਦੀ ਆ ਉਹ ਜੀ 40 ਤੋਂ 45 ਦਿਨਾਂ ਦੇ ਵਿੱਚ ਅਸੀਂ ਜਿਹੜੀ ਖਾਦ ਜਿੰਨੀ ਸਿਫਾਰਿਸ਼ ਹੁੰਦੀ ਆ 2 ਬੋਰੀ ਯੂਰੀਆ ਦੀ ਮਾਤਰ 90 ਕਿਲੋ, ਇਹ ਆਪਾਂ 40 ਤੋਂ 45 ਦਿਨਾਂ ਦੇ ਵਿੱਚ ਇਸ ਨੂੰ ਖਤਮ ਕਰਨੀ ਹੁੰਦੀ, ਕਿਉਂਕਿ ਇਸ ਤੋਂ ਬਾਅਦ ਪਾਉਣ ਦੇ ਨਾਲ ਇਹਦੇ ਵਿੱਚ ਕਣਕ ਦੀ ਫਸਲ ਦੇ ਵਿੱਚ ਕਈ ਤਰ੍ਹਾਂ ਦੇ ਰੋਗ ਜਾਂ ਬਿਮਾਰੀਆਂ ਆਉਣ ਦਾ ਖਤਰਾ ਹੁੰਦਾ ਹੈ। ਇਹ ਸਨ ਜੀ ਸਹਾਇਕ ਖੇਤੀਬਾੜੀ ਅਫਸਰ ਭਿੱਖੀਵਿੰਡ, ਜਿਨ੍ਹਾਂ ਦਾ ਕਹਿਣਾ ਆ ਕਿ ਖਾਦ ਦੀ ਜਿਹੜੀ ਸਪਲਾਈ ਆ ਉਹ ਲਗਾਤਾਰ ਜਿਹੜੀ ਆ ਪਿੱਛੋਂ ਆ ਰਹੀ ਹੈ ਤੇ ਸੰਭਾਵਨਾ ਹੈ ਕਿ ਜਲਦ ਹੀ ਇਹ ਜਿਹੜਾ ਸੰਕਟ ਬਣਿਆ ਹੋਇਆ ਇਹ ਖਤਮ ਹੋ ਜਾਵੇਗਾ। ਦੇਖਣਾ ਇਹ ਹੋਏਗਾ ਕਿ ਕਦੋਂ ਕਿਸਾਨਾਂ ਲਈ ਪਰੇਸ਼ਾਨੀ ਦਾ ਸਬੱਬ ਬਣੀ ਯੂਰੀਆ ਖਾਦ ਦੀ ਕਿੱਲਤ ਦੂਰ ਹੁੰਦੀ ਏ। ਭਿੱਖੀਵਿੰਡ ਜ਼ਿਲ੍ਹਾ ਤਰਨਤਾਰਨ ਤੋਂ ਗਰਾਊਂਡ ਰਿਪੋਰਟਸ TV ਨਿਊਜ਼ ਇੰਡੀਆ ਲਈ ਹਰਵਿੰਦਰ ਸਿੰਘ ਭਾਟੀਆ ਦੇ ਨਾਲ ਪਸ਼ੌਰਾ ਸਿੰਘ ਪੰਨੂ ਦੀ ਰਿਪੋਰਟ।